हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 7th ਚੈਪਟਰ ਗੈਟਿੰਗ ਟੂ ਨੋ ਪਲਾਂਟ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਸਟੈਮ, ਲੀਫ ਤੇ ਰੂਟਸ ਬਾਰੇ ਪੜ੍ਹਿਆ ਸੀਗਾ। ਅੱਜ ਅਸੀਂ ਅੱਗੇ ਕੰਟੀਨਿਊ ਕਰਾਂਗੇ ਫਲਾਵਰ। ਇਸ ਵੀਡੀਓ 'ਚ ਅਸੀਂ ਫਲਾਵਰ ਬਾਰੇ ਪੜ੍ਹਨਾ ਹੈ। You are shown three branches of a rose in figure 7.19 A, B and C। 7.19 ਫਿਗਰ ਹੈਗੀ ਜਿਹਦੇ ਵਿੱਚ A, B ਤੇ C ਤਿੰਨ ਬ੍ਰਾਂਚਸ ਦਿਖਾਈਆਂ ਗਈਆਂ ਨੇਗੀਆਂ ਰੋਜ਼ ਦੇ ਪਲਾਂਟ ਦੀਆਂ। ਵਿਚ ਵਨ ਵਿਲ ਹੈਲਪ ਯੂ ਬੈਸਟ ਟੂ ਰਿਕੋਗਨਾਈਜ਼ ਦ ਪਲਾਂਟ। ਕਿਹਦੇ ਨਾਲ ਕਹਿੰਦੇ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਈਜ਼ੀਲੀ ਜਿਹੜਾ ਪਲਾਂਟ ਹੈਗਾ ਉਹਨੂੰ ਰਿਕੋਗਨਾਈਜ਼ ਕਰ ਲਾਂਗੇ ਵੀ ਕਿਹੜਾ ਪਲਾਂਟ ਕਿਹਦਾ। ਹੁਣ ਦੇਖੋ ਜੇ ਤਾਂ ਹੈਗੀ ਇਕੱਲੀ A ਤਾਂ ਆਪਾਂ ਨੂੰ ਬਿਲਕੁਲ ਹੀ ਪਤਾ ਨਹੀਂ ਲੱਗਣਾ ਵੀ ਇਹ ਜਿਹੜਾ ਪਲਾਂਟ ਹੈਗਾ ਕਿਹਦਾ ਹੋ ਸਕਦਾ, ਕਿਉਂਕਿ ਆਪਾਂ ਇੱਕ ਇਕੱਲੀ ਕਲਮ ਤੋਂ ਕੀ ਪਤਾ ਲਗਾ ਸਕਦੇ ਹੈਗੇ। ਦੂਸਰੇ ਜੇ ਆਪਣੇ ਕੋਲ B ਹੈ ਤਾਂ ਥੋੜ੍ਹਾ ਮੋਟਾ ਆਪਾਂ ਅਸੀਂ ਗੈਸ ਕਰ ਸਕਦੇ ਹਾਂ ਪੱਤਿਆਂ ਤੋਂ ਵੀ ਇਹ ਪਲਾਂਟ ਕਿਹਦਾ ਹੋ ਸਕਦਾ ਗਾ। ਜੇ ਆਪਣੇ ਕੋਲ C ਫਿਗਰ ਹੋਊਗੀ ਤਾਂ ਉਹਦੇ ਸਾਨੂੰ ਫਲਾਵਰਸ ਦਿੱਤੇ ਹੋਏ ਨੇ ਜਿਹ ਤੋਂ ਅਸੀਂ ਈਜ਼ਲੀ ਗੈਸ ਕਰ ਲਾਂਗੇ ਇਹ ਪਲਾਂਟ ਜਿਹੜਾ ਉਹ ਰੋਜ਼ ਦਾ। ਵਿਚ ਕਲਰ ਡਿਡ ਯੂ ਯੂਜ਼ ਫਾਰ ਦ ਫਲਾਵਰ ਇਨ 7.1। ਕਹਿੰਦੇ ਜਿਹੜੀ 7 ਫਿਗਰ ਹੈਗੀ 7.1 ਉਹਦੇ ਵਿੱਚ ਕਹਿੰਦੇ ਤੁਸੀਂ ਕਿਹੜਾ ਕਲਰ ਜਿਹੜਾ ਯੂਜ਼ ਕੀਤਾ ਸੀਗਾ ਫਲਾਵਰ ਨੂੰ ਕਲਰ ਕਰਨ ਦੇ ਲਈ। ਆਰ ਆਲ ਫਲਾਵਰਸ ਕਲਰਫੁਲ, ਕਹਿੰਦੇ ਕਿ ਸਾਰੇ ਜਿਹੜੇ ਫਲਾਵਰ ਹੁੰਦੇ ਨੇ ਉਹ ਕਲਰਫੁਲ ਹੁੰਦੇ ਨੇਗੇ, ਨਹੀਂ ਕਿ ਵਾਈਟ ਵੀ ਹੁੰਦੇ ਨੇਗੇ। ਹੈਵ ਯੂ ਐਵਰ ਸੀਨ ਫਲਾਵਰਸ ਔਨ ਦ ਪਲਾਂਟਸ ਆਫ ਗ੍ਰਾਸ, ਬੀਟ, ਮੇਜ਼, ਮੈਂਗੋ ਔਰ ਗਾਵਾ। ਕਹਿੰਦੇ ਕੀ ਤੁਸੀਂ ਕਣਕ ਦੇ, ਘਾਹ ਦੀ, ਮੱਕੀ ਦੀ, ਅੰਬ ਦੀ ਜਾਂ ਅਮਰੂਦ ਦੇ ਉਹਦੇ ਉੱਤੇ ਫਲਾਵਰ ਦੇਖੇ ਨਹੀਂ ਲੱਗੇ। ਇਫ ਯੂ ਸੀ ਐਨੀ ਫਲਾਵਰਸ ਇਨ ਦੀਜ਼ ਪਲਾਂਟਸ ਆਰ ਦੇ ਬ੍ਰਾਈਟਲੀ ਕਲਰਡ। ਕਿ ਜੇ ਤੁਸੀਂ ਇਹਨਾਂ ਪੌਦਿਆਂ ਦੇ ਜਿਹੜੇ ਫਲਾਵਰ ਲੱਗੇ ਦਿਸੇ ਨੇ ਦੇਖੇ ਨੇ ਕਿ ਤੁਸੀਂ ਉਹ ਕਲਰਡ ਸੀ ਜਿਹੜੇ ਫਲਾਵਰ ਸੀਗੇ। ਹਾਂ ਵੈਸੇ ਜਿਵੇਂ ਗਾਵਾ ਵਗੈਰਾ ਹੋ ਗਏ ਦੇ ਫਲਾਵਰ ਹੁੰਦੇ ਨੇਗੇ ਬਟ ਕਲਰਡ ਨਹੀਂ ਹੁੰਦੇਗੇ, ਜਿਹੜੇ ਕਿ ਫਰੂਟ ਤੋਂ ਪਹਿਲਾਂ ਲੱਗਦੇ ਨੇਗੇ। ਲੈਟ ਅਸ ਸਟੱਡੀ ਅ ਫਿਊ ਫਲਾਵਰਸ ਕਲੋਜ਼ਲੀ। ਹੁਣ ਅਸੀਂ ਕਈ ਜਿਹੜੇ ਫਲਾਵਰ ਸੀਗੇ ਉਹਨਾਂ ਨੂੰ ਅਸੀਂ ਕਲੋਜ਼ਲੀ ਸਟੱਡੀ ਕਰਨਾ ਗਾ। ਉਹਦੇ ਲਈ ਅਸੀਂ ਐਕਟੀਵਿਟੀ 10 ਕਰਦੇ ਹਾਂ। ਵੀ ਵੁੱਡ ਰਿਕੁਆਇਰ 1 ਵਰਡ and 2 fresh flowers each of any of the following: datura, china rose, mustard, brinjal, ladyfinger, ਗਲਮੋਹਰ। ਇਹਨਾਂ ਜੋ ਕਿਸੇ ਵੀ ਪਲਾਂਟ ਦੇ ਅਸੀਂ 2 ਫਰੈਸ਼ ਫਲਾਵਰ ਲੈਣੇ ਹੈਗੇ ਐਂਡ ਇੱਕ ਬਡ ਲੈਣੀ ਹੈਗੀ। ਆਲਸੋ ਬਲੇਡ, ਇੱਕ ਬਲੇਡ। ਅ ਗਲਾਸ ਸਲਾਈਡ ਹੋਣੀ ਚਾਹੀਦੀ ਹੈ ਕਿ ਗਲਾਸ ਦੀ ਸਲਾਈਡ ਹੋਵੇ। ਸ਼ੀਟ ਆਫ ਪੇਪਰ ਜਾਂ ਪੇਪਰ ਦੀ ਸ਼ੀਟ ਹੋਵੇ। ਐਂਡ ਅ ਮੈਗਨੀਫਾਈਂਗ ਗਲਾਸ, ਇੱਕ ਮੈਗਨੀਫਾਈਂਗ ਗਲਾਸ ਲੈਣਾ ਅਤੇ ਵਾਟਰ ਲੈਣਾ ਗਾ। ਓਬਜ਼ਰਵ ਫਿਗਰ 7.20। 7.20 ਫਿਗਰ ਹੈਗੀ ਇਹਨੂੰ ਦੇਖੋ। ਲੁੱਕ ਐਟ ਦ ਪ੍ਰੋਮੀਨੈਂਟ ਪਾਰਟਸ ਆਫ ਦ ਓਪਨ ਫਲਾਵਰ। ਜਿਹੜਾ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀ 7 ਫਿਗਰ ਹੈਗੀ ਇਹਦੇ ਵਿੱਚ ਉਹਦੇ ਖੁੱਲ੍ਹੇ ਪਾਰਟ ਦੇਖੋ, ਉਹਦੇ ਫਲਾਵਰ ਦੇ ਜਿਹੜੀ ਪੰਖੜੀਆਂ ਖੁੱਲ੍ਹੀਆਂ ਹੋਈਆਂ ਨੇਗੀਆਂ। ਦੀਜ਼ ਆਰ ਪੀਟਲਸ ਆਫ ਦ ਫਲਾਵਰ। ਜਿਹੜੀਆਂ ਪੰਖੜੀਆਂ ਖੁੱਲ੍ਹੀਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਪੀਟਲਸ ਕਹਿੰਦੇ ਹੈਗੇ। ਐਂਡ ਡਿਫਰੈਂਟ ਫਲਾਵਰ ਹੈ ਪੀਟਲਸ ਆਫ ਡਿਫਰੈਂਟ ਕਲਰ। ਅਤੇ ਜਿਹੜੇ ਫਲਾਵਰ ਹੁੰਦੇ ਨੇ ਉਹਨਾਂ ਦੇ ਪੀਟਲ ਡਿਫਰੈਂਟ ਕਲਰ ਦੇ ਹੁੰਦੇ ਨੇ, ਕਿਸੇ ਦੇ ਪਿੰਕ ਹੁੰਦੇ ਨੇ, ਕਿਸੇ ਦੇ ਰੈੱਡ ਹੁੰਦੇ ਨੇ। ਜਿਹੜੀਆਂ ਪੰਖੜੀਆਂ ਹੁੰਦੇ ਨੇ ਰੰਗ ਬਰੰਗੀਆਂ ਉਹਨਾਂ ਨੂੰ ਆਪਾਂ ਪੀਟਲਸ ਕਹਿੰਦੇ ਹੈਗੇ। ਵੇਅਰ ਡੂ ਯੂ ਥਿੰਕ ਦ ਪੀਟਲਸ ਆਰ ਇਨ ਦ ਕਲੋਜ਼ਡ ਵਡ। ਕਹਿੰਦੇ ਜਿਹੜੀ ਹੁਣ ਕਲੋਜ਼ਡ ਵਡ ਸੀ ਉਹਦੇ ਜਿਹੜੇ ਪੀਟਲ ਸੀ ਕਿੱਥੇ ਸੀਗੇ, ਉਹ ਸੈਪਲਸ ਦੇ ਅੰਦਰ। ਜਿਹੜੀ ਗਰੀਨ ਪੱਤੀਆਂ ਹੁੰਦੀਆਂ ਉਹਨੂੰ ਆਪਾਂ ਸੈਪਲਸ ਕਹਿੰਦੇ ਹੈਗੇ। ਜਿਹੜੀ ਵੱਡ ਹੁੰਦੀ ਆ ਵੱਡ ਦੇ ਅੰਦਰ ਜਿਹੜੀਆਂ ਪੀਟਲਸ ਹੁੰਦੇ ਨੇ ਉਹ ਸੈਪਲਸ ਦੇ ਅੰਦਰ ਛਿਪੇ ਹੁੰਦੇ ਨੇਗੇ। ਅਤੇ ਜਿਹੜੀ ਪੀਟਲਸ ਹੁੰਦੇ ਰੰਗੀਨ ਪੰਖੜੀਆਂ ਨੂੰ ਆਪਾਂ ਪੀਟਲਸ ਕਹਿੰਦੇ ਹਾਂ, ਗਰੀਨ ਪੰਖੜੀਆਂ ਨੂੰ ਸੈਪਲਸ ਕਹਿੰਦੇ ਹੈਗੇ। ਵਿਚ ਇਜ਼ ਦ ਮੋਸਟ ਪ੍ਰੋਮੀਨੈਂਟ ਪਾਰਟ ਇਨ ਅ ਵਡ। ਕਹਿੰਦੇ ਸਭ ਜਿਹੜੀ ਵੱਡ ਹੈਗੀ ਉਹਦੇ ਵਿੱਚ ਜ਼ਿਆਦਾ ਜਿਹੜਾ ਖਿੜਿਆ ਹੋਇਆ ਪਾਰਟ ਕਿਹੜਾ ਹੈਗਾ ਉਹ ਹਰੀਆਂ ਪੱਤੀਆਂ ਨੇਗੀਆਂ। ਡਿਡ ਯੂ ਸੀ ਦੈਟ ਦਿਸ ਪਾਰਟ ਇਜ਼ ਮੇਡ ਆਫ ਸਮਾਲ ਲੀਫ ਲਾਈਕ ਸਟਰਕਚਰ। ਕੀ ਤੁਹਾਨੂੰ ਲੱਗਦਾ ਜਿਹੜੀਆਂ ਹਾਂ ਸੈਪਲਸ ਹੈਗਾ ਇਹ ਪੱਤਿਆਂ ਵਰਗਾ ਹੈਗਾ। ਦੇ ਆਰ ਕਾਲਡ ਸੈਪਲਸ। ਜਿਹੜੇ ਪੱਤਿਆਂ ਵਰਗੀਆਂ ਹਰੀਆਂ ਪੰਖੜੀਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਆਪਾਂ ਸੈਪਲਸ ਕਹਿੰਦੇ ਹੈਗੇ। ਟੇਕ ਆ ਫਲਾਵਰ ਐਂਡ ਓਬਜ਼ਰਵ ਇਟਸ ਪੇਟਲਸ ਐਂਡ ਸੈਪਲਸ। ਕਹਿੰਦੇ ਇੱਕ ਫਲਾਵਰ ਲਓ ਉਹਦੇ ਸੈਪਲਸ ਅਤੇ ਪੇਟਲਸ ਨੂੰ ਦੇਖੋ। ਨੋ ਆਨਸਰ ਦ ਫੋਲੋਇੰਗ ਕੁਐਸਚਨ। ਇਹਨਾਂ ਕੁਐਸਚਨਸ ਦੇ ਆਨਸਰ ਦਿਓ। ਹਾਊ ਮੈਨੀ ਸੈਪਲਸ ਡਜ਼ ਇਟ ਹੈਵ। ਇਹ 'ਚ ਕਿੰਨੇ ਸੈਪਲਸ ਸੀਗੇ। ਆਰ ਦੀ ਜੁਆਇੰਟ ਟੂਗੈਦਰ। ਅਤੇ ਇਕੱਠੇ ਜਿਹੜੀ ਪੇਟਲਸ ਅਤੇ ਸੈਪਲਸ ਸੀ ਕਹਿੰਦੇ ਇਕੱਠੇ ਜੁੜੇ ਹੋਏ ਸੀਗੇ। ਵਾਟ ਆਰ ਦ ਕਲਰਸ ਆਫ ਪੀਟਲਸ ਐਂਡ ਸੈਪਲਸ। ਇਹਨਾਂ ਦੇ ਕਲਰ ਕੀ ਸੀ, ਪੀਟਲ ਦਾ ਕਲਰ ਕੀ ਸੀ, ਸੈਪਲ ਦਾ ਕਲਰ ਕੀ ਸੀ।
ਹਾਊ ਮੈਨੀ ਪੀਟਲਸ ਡਜ਼ ਯੂਅਰ ਫਲਾਵਰ ਹੈਵ, ਕਿੰਨੇ ਪੀਟਲ ਸੀਗੇ ਜਾਂ ਕਿੰਨੇ ਸੀਪਲ ਸੀਗੇ, ਇਹ ਆਨਸਰਸ ਦੇਣੇ ਹੈਗੇ ਫਲਾਵਰ ਨੂੰ ਦੇਖ ਕੇ। ਡੂ ਦ ਫਲਾਵਰਸ ਵਿਦ ਜੁਆਇੰਟ ਸੈਪਲਸ ਹੈਵ ਪੀਟਲ ਦੈਟ ਆਰ ਸੈਪਰੇਟ ਔਰ ਦੇ ਜੁਆਇਨ ਟੂਗੈਦਰ, ਕਹਿੰਦੇ ਜਿਹੜੇ ਸੈਪਲਸ ਤੇ ਪੈਟਲਸ ਇਕੱਠੇ ਜੁੜੇ ਹੋਏ ਸੀ ਜਾਂ ਅਲੱਗ-ਅਲੱਗ ਸੀਗੇ। ਮੇਕ ਆ ਟੇਬਲ ਬਣਾਉਣਾ, ਇਹਦੇ ਬੇਸਿਸ ਤੇ 7.3 ਟੇਬਲ ਬਣਾਉਣਾ ਗਾ ਵੀ ਕਿਹੜੇ ਜਿਹੜੇ ਫਲਾਵਰ ਸੀ ਉਹਦੇ ਸੈਪਲਸ ਤੇ ਪੈਟਲਸ ਜੁੜੇ ਹੋਏ ਸੀ ਤੇ ਕਿਹਦੇ ਨਹੀਂ ਜੁੜੇ ਸੀਗੇ। Add observations to this table form a field trip to locality where there are plants with flowers. Fill the last two columns after you have gone through the entire section. To see the inner part of the flower clearly, you have to cut it open and if its petals are joined. ਕਹਿੰਦੇ ਜੇ ਅਸੀਂ ਹੁਣ ਉਹਦਾ ਇੰਟੀਰੀਅਰ ਪਾਰਟ ਦੇਖਣਾ ਗਾ ਫਲਾਵਰ ਦਾ ਤਾਂ ਸਾਨੂੰ ਪਹਿਲਾਂ ਫਲਾਵਰਸ ਨੂੰ ਕੀ ਪਊਗਾ, ਕੱਟਣਾ ਪਊਗਾ। ਜੇ ਉਹਦੇ ਜਿਹੜੇ ਪੰਖੜੀਆਂ ਤੇ ਜਿਹੜੀਆਂ ਸੈਪਲਸ ਨੇਗੇ ਜੁੜੇ ਹੋਏ ਨੇਗੇ ਪੀਟਲਸ ਤੇ ਸੈਪਲ ਪਰ ਸਾਨੂੰ ਕੱਟਣਾ ਪਊਗਾ। ਫਾਰ ਐਗਜ਼ਾਮਪਲ ਇਨ ਦਤੂਰਾ ਐਂਡ ਅਦਰ ਬੈਲ ਸ਼ੇਪ ਫਲਾਵਰ the petals have to be cut lengthwise and spread out so that the inner part can be seen clearly। ਜਿਹੜਾ ਹੁਣ ਕਹਿੰਦੇ ਆ ਫਿਗਰ ਦੇ ਦਿਖਾਇਆ ਗਿਆ ਗਾ ਬੈਲ ਸ਼ੇਪਡ ਫਲਾਵਰ ਆਗਾ ਜਾਂ ਦਤੂਰਾ ਗਾ, ਇਹਨੂੰ ਕਹਿੰਦੇ ਅਸੀਂ ਲੈਂਥ ਵਾਈਜ਼ ਇਹਨੂੰ ਕੱਟ ਲੈਣੇ ਤਾਂ ਕਿ ਅਸੀਂ ਇੰਟੀਰੀਅਰ ਪਾਰਟ ਦੇਖ ਸਕੀਏ ਫਲਾਵਰ ਦੀ। Remove the sepals and petals to see the rest of the parts. Study the figure 7.20 carefully. Compare your flower with the illustration and identify stamens and pistils in your flower। ਕਹਿੰਦੇ ਹੁਣ ਆਪਾਂ ਸਟੱਡੀ ਕਰਨਾ ਗਾ ਇੰਟੀਰੀਅਰ ਪਾਰਟ ਨੂੰ। 7.20 ਫਿਗਰ ਆ ਗਈ, ਇਹਨੂੰ ਧਿਆਨ ਨਾਲ ਦੇਖੋ। ਕਹਿੰਦੇ ਹੁਣ ਜਿਹੜੇ ਤਾਂ ਹੈਗੇ ਨੇ ਜਿਹੜੇ ਫਲਾਵਰ ਦੇ ਦੋ ਪਾਰਟ ਹੁੰਦੇ ਨੇ, ਇੱਕ ਹੁੰਦੇ ਨੇ ਪਿਸਟਲਸ, ਇੱਕ ਹੁੰਦੇ ਨੇਗੇ ਸਟੈਮਨਸ। ਜਿਹੜਾ ਪਿਸਟਲ ਹੁੰਦਾ ਸੈਂਟਰ ਵਾਲੇ ਪਾਰਟ ਨੂੰ ਪਿਸਟਲ ਕਹਿੰਦੇ ਹੈਗੇ, ਜਿਹੜੇ ਦੋ ਕਾਫੀ ਹੁੰਦੇ ਨੇ ਲੰਮੇ ਲੰਮੇ ਦੂਸਰੇ ਪਾਰਟਸ ਉਹਨਾਂ ਨੂੰ ਆਪਾਂ ਸਟੈਮਨਸ ਕਹਿੰਦੇ ਹੈਗੇ। ਆਪਾਂ ਕੀ ਪੜ੍ਹਿਆ, ਜਿਹੜੇ ਰੰਗੀਨ ਪੱਤੇ ਹੁੰਦੇ ਨੇ ਆਪਾਂ ਪੀਟਲਸ ਕਹਿੰਦੇ ਆ, ਗਰੀਨ ਨੂੰ ਸੈਪਲਸ ਕਹਿੰਦੇ ਹੈਗੇ। ਜਿਹੜੇ ਉਹਦੇ ਕਾਫੀ ਸਾਰੇ ਹੁੰਦੇ ਨੇ ਜਿਹੜਾ ਵਿਚਾਰ ਸੈਂਟਰ 'ਚ ਹੁੰਦਾ ਗਾ ਉਹਨੂੰ ਆਪਾਂ ਸਟੈਮਨ ਕਹਿੰਦੇ ਹੈਗੇ, ਅਤੇ ਜਿਹੜੇ ਬਾਕੀ ਹੁੰਦੇ ਨੇ ਸਟੈਮਨ ਦੇ ਨਾਲ ਕਾਫੀ ਹੋਰ ਫਿਲਾਮੈਂਟਸ ਹੁੰਦੇ ਨੇ ਉਹਨਾਂ ਆਪਾਂ ਕੀ ਕਹਿੰਦੇ ਪਿਸਟਲਸ ਕਹਿੰਦੇ ਹੈਗੇ। Look 7.23 carefully. It shows the different kind of stamens present in different flowers। ਹੁਣ ਜਿਹੜਾ 7.23 ਹੈਗੀ ਫਿਗਰ, ਇਹਦੇ ਵਿੱਚ ਕੀ ਦਿੱਤਾ ਹੋਇਆ, ਜਿਹੜੇ ਹੁਣ ਸਟੈਮਨ ਸੀਗਾ ਪੜ੍ਹਿਆ ਸੀਗਾ, ਸਟੈਮਨਸ ਦੇ ਹੁੰਦੇ ਨੇਗੇ ਪਿਸਟਲਸ ਹੁੰਦੇ ਨੇ, ਜਿਹੜੇ ਸਟੈਮਨ ਸੀਗਾ ਜਿਹੜੇ ਕਾਫੀ ਸਾਰੇ ਪਾਰਟ ਸੀਗੇ ਉਹਦੇ ਵੀ ਅੱਗੇ ਦੋ ਪਾਰਟ ਹੁੰਦੇ, ਜਿਹੜਾ ਹੇਠਲਾ ਪਾਰਟ ਹੁੰਦਾ ਉਹਨੂੰ ਫਿਲਾਮੈਂਟ ਕਹਿੰਦੇ ਨੇ, ਜਿਹੜੀ ਉੱਪਰ ਟੋਪੀ ਜੀ ਹੁੰਦੀ ਉਹਨੂੰ ਐਂਥਰ ਕਹਿੰਦੇ ਨੇਗੇ। ਕੈਨ ਯੂ ਰਿਕੋਗਨਾਈਜ਼ ਬੋਥ ਦਾ ਪਾਰਟਸ ਆਫ ਦਾ ਸਟੈਮਨ ਇਨ ਯੂਅਰ ਫਲਾਵਰ, ਕਹਿੰਦੇ ਤੁਸੀਂ ਦੋਨੇ ਪਾਰਟਸ ਨੂੰ ਜਿਹੜੇ ਰਿਕੋਗਨਾਈਜ਼ ਕਰ ਸਕਦੇ, ਆਪਾਂ ਈਜ਼ੀਲੀ ਦੇਖ ਸਕਦੇ ਵੀ ਕਿਹੜਾ ਪਾਰਟ ਜਿਹੜਾ ਫਿਲਾਮੈਂਟ ਆ, ਕਿਹੜਾ ਉਹ ਹੈਗਾ ਐਂਥਰ ਹੈਗਾ। ਹਾਊ ਮੈਨੀ ਸਟੈਮਨਸ ਆਰ ਦੇਅਰ ਇਨ ਯੂਅਰ ਫਲਾਵਰ, ਕਹਿੰਦੇ ਤੁਹਾਡੇ ਫਲਾਵਰ 'ਚ ਕਿੰਨੇ ਸਟੈਮਨ ਆ ਤੁਸੀਂ ਗਿਣ ਕੇ ਦੱਸੋ। ਡਰਾ ਵਨ ਸਟੈਮਨ ਐਂਡ ਲੇਬਲ ਇਟ ਪਾਰਟਸ, ਇੱਕ ਸਟੈਮਨ ਨੂੰ ਡਰਾ ਕਰੋ ਅਤੇ ਉਹਦੇ ਪਾਰਟਸ ਨੂੰ ਲੇਬਲ ਕਰੋ। ਦੂਸਰਾ ਕੀ ਸੀ ਆਪਣੇ ਕੋਲ ਪਿਸਟਲ, ਜਿਹੜਾ ਸੈਂਟਰ ਜਿਹੜਾ ਇੱਕ ਹੀ ਹੁੰਦਾ ਗਾ। The innermost part of the flower is called pistil ਹੈਗਾ। If you cannot see it completely, remove the remaining stamens। ਹੁਣ ਸਟੈਮਨਸ ਨੂੰ ਆਪਾਂ ਰਿਮੂਵ ਕਰਕੇ ਕੀ ਦੇਖਾਂਗੇ, ਪਿਸਟਲ ਨੂੰ ਆਇਡੈਂਟੀਫਾਈ ਕਰਾਂਗੇ। ਪਿਸਟਲ ਦੇ ਤਿੰਨ ਪਾਰਟ ਹੁੰਦੇ, ਸੈਂਟਰ ਵਾਲਾ ਪਾਰਟ ਹੁੰਦਾ ਉੱਭਰਿਆ ਹੋਇਆ ਹੁੰਦਾ ਗਾ, ਉਹਨਾਂ ਨੂੰ ਓਵਰੀ ਕਹਿੰਦੇ ਆ। ਕਿ ਓਵਰੀ ਦੇ ਜਿਹੜੀ ਉੱਪਰ ਹੁੰਦਾ ਗਾ, ਉੱਪਰ ਸਭ ਤੋਂ ਉਹ ਹੁੰਦਾ ਗਾ ਕਾਫੀ ਲੰਮਾ ਜਿਹਾ ਪਾਰਟ ਹੁੰਦਾ ਉਹਨੂੰ ਆਪਾਂ ਸਟਾਈਲ ਕਹਿੰਦੇ ਹੈਗੇ। ਉਸ ਤੋਂ ਉੱਪਰ ਜਿਹੜਾ ਸਭ ਤੋਂ ਉੱਪਰ ਮੋਸਟ ਪਾਰਟ ਹੁੰਦਾ ਉਹਨੂੰ ਆਪਾਂ ਸਟਿਗਮਾ ਕਹਿੰਦੇ ਹੈਗੇ। ਡਰਾ ਐਟ ਨੀਟ ਲੇਬਲ ਹੋਵੇ, ਕਹਿੰਦੇ ਡਾਇਗਰਾਮ ਬਣਾਉਣੀ ਹੈਗੀ ਦੀ ਪਿਸਟਲ ਦੀ ਅਤੇ ਸਟੈਮਨ ਦੀ ਪਾਰਟਸ ਦੀ। ਉਹਦੇ ਲਈ ਆਪਾਂ ਉਸ ਤੋਂ ਬਾਅਦ ਐਕਟੀਵਿਟੀ ਕਰਨੀ ਹੈਗੀ 11 ਐਕਟੀਵਿਟੀ ਵਿੱਚ ਕੀ ਆ, ਲੈਟ ਅਸ ਨਾਓ ਸਟੱਡੀ ਦ ਸਟਰਕਚਰ ਆਫ ਦ ਓਵਰੀ ਆਫ ਅ ਫਲਾਵਰ। ਹੁਣ ਆਪਾਂ ਓਵਰੀ ਦੀ ਸਟਰਕਚਰ ਅੱਗੇ ਸਟੱਡੀ ਕਰਨੀ ਹੈਗੀ। ਹੁਣ ਆਪਾਂ ਕੀ ਕੀਤਾ, ਪਹਿਲਾਂ ਫਲਾਵਰ ਲਿਆ, ਫਲਾਵਰ ਨੂੰ ਆਪਾਂ ਤੋੜ ਕੇ ਉਹਦੇ ਅੱਗੇ ਆਪਾਂ ਕੀ ਦੇਖਿਆ, ਫਿਲਾਮੈਂਟਸ ਅਤੇ ਅੱਗੇ ਆਪਾਂ ਉਹਦੇ ਬਾਰੇ ਪੜ੍ਹਿਆ, ਪਿਸਟਲਸ ਅਤੇ ਸਟੈਮਨ ਬਾਰੇ ਪੜ੍ਹਿਆ। ਫਿਰ ਆਪਾਂ ਅੱਗੇ ਸਟੈਮਨ ਦੇ ਪਿਸਟਲ ਦੇ ਅੱਗੇ ਪਾਰਟਸ ਕੀਤੇ ਅਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖਣਾ ਹੈ ਹੁਣ ਜਿਹੜਾ ਸਟੈਮਨ ਪਿਸਟਲ ਸੀਗਾ ਉਹਦਾ ਪਾਰਟ ਸੀਗਾ ਓਵਰੀ ਨੂੰ ਆਪਾਂ ਅੱਗੇ ਦੇਖਣਾ ਉਹਦੇ ਅੰਦਰ ਕੀ ਹੈਗਾ। ਇਟ ਇਜ਼ ਦ ਲੋਅਰ ਮੋਸਟ ਐਂਡ ਸਵੈਲਨ ਪਾਰਟ ਹੁੰਦਾ ਗਾ ਪਿਸਟਲ ਦਾ। ਵੀ ਵਿਲ ਕੱਟ ਦਿਸ ਪਾਰਟ ਟੂ ਸਟੱਡੀ ਹਾਊ ਟੂ ਲੁਕਸ ਇਨਸਾਈਡ, ਅਸੀਂ ਇਹਨੂੰ ਕੱਟ ਕੇ ਦੇਖਾਂਗੇ ਵੀ ਅੰਦਰੋਂ ਕਿਸ ਤਰ੍ਹਾਂ ਦਿਸਦਾ ਗਾ। ਜਿਵੇਂ ਏ ਅਤੇ ਬੀ ਫਿਗਰ ਦਿਖਾਇਆ ਗਿਆ ਆਪਾਂ ਨੂੰ ਧਿਆਨ ਨਾਲ ਉੱਦਾਂ ਹੀ ਕੱਟਣਾ, ਏ ਅਤੇ ਬੀ ਫਿਗਰ ਦੱਸਿਆ ਗਾ ਆਪਾਂ ਉਸ ਤਰ੍ਹਾਂ ਨੂੰ ਕੱਟ ਕਰਨਾ ਗਾ। ਟੇਕ 2 ਓਵਰੀਜ਼ ਫਰੋਮ ਡਿਫਰੈਂਟ ਫਲਾਵਰ, ਆਪਾਂ ਵੱਖ-ਵੱਖ ਫਲਾਵਰ ਤੋਂ 2 ਓਵਰੀਜ਼ ਲੈਣੇ ਨੇ। ਕੱਟ ਦੈਮ ਇਨਟੂ 2 ਡਿਫਰੈਂਟ ਬੇਸ ਐਜ਼ ਸ਼ੋਨ, ਆਪਾਂ 7.25 ਜੇ 25 ਦਿਖਾਇਆ ਗਿਆ ਗਾ, ਇੱਕ ਨੂੰ ਆਪਾਂ ਇਸ ਤਰ੍ਹਾਂ ਕੱਟਣਾ ਗਾ, ਇੱਕ ਨੂੰ ਆਪਾਂ ਦੂਸਰੇ ਤਰੀਕੇ ਨਾਲ ਕੱਟਣਾ ਗਾ ਏ ਅਤੇ ਬੀ ਦੀ ਤਰ੍ਹਾਂ।
ਟੂ ਪ੍ਰੀਵੈਂਟ them from drying, ਉਹਨੂੰ ਆਪਾਂ ਸੁੱਕਣ ਨਹੀਂ ਦੇਣਾਗਾ। ਪੁੱਟ ਅ ਡ੍ਰੌਪ ਆਫ ਵਾਟਰ ਔਨ ਈਚ ਆਫ 2 ਪੀਸਸ ਆਫ ਓਵਰੀ ਯੂ ਹੈਵ ਕੱਟ, ਜਿਹਨੂੰ ਆਪਾਂ ਕੱਟਣ ਤੋਂ ਤਾਂ ਪਾਣੀ ਪਾਉਂਦੇ ਰਹਿਣ ਤਾਂ ਕਿ ਉਹ ਸੁੱਕ ਨਾ ਜਾਣ। ਓਬਜ਼ਰਵ ਦ ਇਨਰ ਪਾਰਟ ਆਫ ਦ ਓਵਰੀ ਯੂਜ਼ਿੰਗ ਅ ਲੈਂਜ, ਆਪਾਂ ਲੈਂਜ ਨੂੰ ਯੂਜ਼ ਕਰਦੇ ਉਹਦਾ ਅੰਦਰਲਾ ਪਾਰਟ ਦੇਖਣਾ ਓਵਰੀ ਦੇ ਅੰਦਰ ਕੀ ਆ। ਡੂ ਯੂ ਸੀ ਸਮ ਸਮਾਲ ਬੀਡ ਲਾਈਕ ਸਟਰਕਚਰ ਇਨਸਾਈਡ ਦ ਓਵਰੀ, ਇਹ ਤੁਹਾਨੂੰ ਓਵਰੀ ਦੇ ਅੰਦਰ ਬੀਡ ਲਾਈਕ ਸਟਰਕਚਰ ਦਿਸੇ ਜਿਵੇਂ ਆ ਫਿਗਰ ਵਿੱਚ ਦਿਖਾਇਆ ਗਿਆ ਹੈਗਾ 7.26 ਦੇ ਵਿੱਚ ਬੀਡ ਲਾਈਕ ਸਟਰਕਚਰ ਹੁੰਦੇ ਨੇ ਜਿਹਨੂੰ ਆਪਾਂ ਓਵਿਊਲਸ ਕਹਿੰਦੇ ਹੈਗੇ, ਠੀਕ ਹੈ। ਤੁਹਾਨੂੰ ਉਹ ਸਟਰਕਚਰਸ ਦਿਸੀਆਂ ਨੇਗੀਆਂ। ਡਰਾ ਐਂਡ ਲੇਬਲ ਦ ਇਨਰ ਪਾਰਟ ਆਫ ਦ ਓਵਰੀ ਇਨ ਨੋਟਬੁੱਕ, ਨੋਟਬੁੱਕ 'ਚੋਂ ਡਰਾ ਕਰੋ ਓਵਿਊਲਸ ਨੂੰ। On your field trip, try to find out the names as many of flowers as you can by asking the gardener or any other person, ਇਹ ਤੁਸੀਂ ਇਹ ਕੋਸ਼ਿਸ਼ ਕਰੋ ਵੀ ਜਿਹੜਾ ਤੁਹਾਡਾ ਤੁਸੀਂ ਫੀਲਡ 'ਚ ਗਏ ਉੱਥੇ ਵੱਧ ਤੋਂ ਵੱਧ ਫਲਾਵਰਸ ਦੇ ਤੁਸੀਂ ਨਾਮ ਜਾਣਨ ਦੀ ਕੋਸ਼ਿਸ਼ ਕਰੋ ਗਾਰਡਨਰ ਦੀ ਜਾਂ ਕਿਸੇ ਹੋਰ ਪਰਸਨ ਦੀ ਹੈਲਪ ਦੇ ਨਾਲ। ਰਿਮੈਂਬਰ ਨਾਟ ਟੂ ਪਲੱਕ ਮੋਰ ਫਲਾਵਰਸ ਦੈਨ ਯੂ ਨੀਡ, ਕਿ ਤੁਸੀਂ ਇਹ ਗੱਲ ਧਿਆਨ ਰੱਖੋ ਵੀ ਜ਼ਿਆਦਾ ਤੁਸੀਂ ਲੋੜ ਤੋਂ ਜ਼ਿਆਦਾ ਫਲਾਵਰਸ ਨੂੰ ਨਹੀਂ ਤੋੜਨੇਗੀ। ਬੇਸਡ ਔਨ ਬਟ ਯੂ ਹੈਵ ਫਿਲਡ ਇਨ 7.13 ਆਨਸਰ ਦ ਫੋਲੋਇੰਗ ਕੁਐਸਚਨਸ, ਹੁਣ ਆਪਣਾ ਜਿਹੜਾ ਟੇਬਲ ਸੀਗਾ 7.3 ਉਹਦੇ ਕੁਐਸਚਨਸ ਦੇ ਆਨਸਰ ਦਿਓ ਵੀ ਕਿਹੜਾ ਪਾਰਟ ਸਟੈਮਨ। ਟੇਬਲ ਸੀਗਾ 7.3 ਜਿਹਦੇ ਵਿੱਚ ਕੀ ਸੀਗਾ ਆਪਾਂ ਲਿਖਣਾ ਸੀਗਾ ਪਿਸਟਲ ਪ੍ਰੈਜ਼ੈਂਟ ਹੈਗਾ ਜਾਂ ਨਹੀਂ ਹੈਗਾ, ਸਟੈਮਨ ਹੈਗਾ ਜਾਂ ਨਹੀਂ ਹੈਗਾ, ਉਹਦੇ ਬਾਰੇ ਆਪਾਂ ਕਹਿੰਦੇ ਇਹਨੂੰ ਕਾਲਮ ਨੂੰ ਫਿਲ ਕਰੋ। ਡੂ ਆਲ ਫਲਾਵਰਸ ਹੈਵ ਸੈਪਲ ਪੇਟਲ ਐਂਡ ਸਟੈਮਨ ਐਂਡ ਪਿਸਟਲ, ਕਹਿੰਦੇ ਸਾਰੇ ਫਲਾਵਰ ਵਿੱਚ ਸੈਪਲਸ ਪੇਟਲਸ ਤੇ ਸਟੈਮਨ ਤੇ ਪਿਸਟਲ ਹੁੰਦੇ ਹੈਗੇ। ਆਰ ਦੇਅਰ ਫਲਾਵਰਸ ਦੈਟ ਡੂ ਨਾਟ ਹੈਵ ਐਨੀ ਆਫ ਥੀਸ, ਕਹਿੰਦੇ ਕਈ ਇੱਦਾਂ ਦੇ ਫਲਾਵਰ ਵੀ ਹੁੰਦੇ ਜਿਹਨਾਂ 'ਚ ਇਹ ਨਹੀਂ ਹੁੰਦੇਗੇ। ਆਰ ਦੀਸ ਫਲਾਵਰਸ ਵਿਚ ਹੈਵ ਪਾਰਟਸ ਅਦਰ ਦੈਨ ਦੀਸ, ਕਹਿੰਦੇ ਕਈ ਇੱਦਾਂ ਦੇ ਫਲਾਵਰ ਵੀ ਹੈਗੇ ਜਿਹਨੇ ਇਹਨਾਂ ਤੋਂ ਬਿਨਾਂ ਵੀ ਕੋਈ ਹੋਰ ਪਾਰਟ ਹੁੰਦਾ ਫਲਾਵਰ ਦਾ। ਡਿਡ ਯੂ ਫਾਈਂਡ ਐਨੀ ਫਲਾਵਰ ਵਿਚ ਹੈਵ ਸੇਪਲਸ ਐਂਡ ਪੈਟਲਸ ਲੁੱਕ ਸਿਮਿਲਰ, ਕਹਿੰਦੇ ਇੱਦਾਂ ਦੇ ਫਲਾਵਰ ਹੈਗੇ ਜਿਨ੍ਹਾਂ ਵਿੱਚ ਪੀਟਲਸ ਤੇ ਜਿਹੜੇ ਸੈਪਲਸ ਸੀਗੇ ਵੀ ਹਰੀਆਂ ਪੰਖੜੀਆਂ ਤੇ ਜਿਹੜੇ ਗ੍ਰੀਨ ਪੰਖੜੀਆਂ ਤੋਂ ਇੱਕੋ ਜਿਹੀਆਂ ਦਿਸਦੀਆਂ ਨੇਗੀਆਂ। ਡਿਡ ਯੂ ਫਾਈਂਡ ਐਨੀ ਫਲਾਵਰ ਇਨ ਵਿਚ ਦ ਨੰਬਰ ਆਫ ਸੇਪਲਸ ਇਜ਼ ਡਿਫਰੈਂਟ ਫਰੋਮ ਨੰਬਰ ਆਫ ਪੀਟਲਸ, ਕਹਿੰਦੇ ਕੋਈ ਇੱਦਾਂ ਦਾ ਫਲਾਵਰ ਦੇਖਿਆ ਤੁਸੀਂ ਜਿਹਦੇ ਵਿੱਚ ਜਿਹੜੀਆਂ ਗ੍ਰੀਨ ਪੰਖੜੀਆਂ ਤੇ ਜਿਹੜੀਆਂ ਰੈੱਡ ਪੰਖੜੀਆਂ ਨੇ ਅਲੱਗ-ਅਲੱਗ ਹੋਣ ਨੰਬਰ ਦੇ ਵਿੱਚ। ਡੂ ਯੂ ਨੋ ਐਗਰੀ ਦੈਟ ਦ ਸਟਰਕਚਰ ਆਫ ਦ ਫਲਾਵਰ ਇਜ਼ ਨਾਟ ਆਲਵੇਜ਼ ਸੇਮ, ਕਿ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ ਵੀ ਜਿਹੜੀ ਸਟਰਕਚਰ ਆ ਗਈ ਫਲਾਵਰ ਦੀ ਹਮੇਸ਼ਾ ਸੇਮ ਨਹੀਂ ਹੁੰਦੀ ਸਾਰੇ ਫਲਾਵਰਸ ਦੀ। ਦ ਨੰਬਰ ਆਫ ਸੈਪਲਸ ਪੀਟਲਸ ਐਂਡ ਸਟੈਮਨਸ ਐਂਡ ਪਿਸਟਲਸ ਮੇ ਆਲਸੋ ਵੀ ਡਿਫਰੈਂਟ ਇਨ ਡਿਫਰੈਂਟ ਫਲਾਵਰਸ, ਹੁਣ ਜਿਹੜਾ ਨੰਬਰ ਹੈਗਾ ਪੀਟਲਸ ਹੁਣ ਕਿਸੇ 'ਚ ਗ੍ਰੀਨ ਪੰਖੜੀਆਂ ਜਾਂ ਰੈੱਡ ਪੰਖੜੀਆਂ ਜ਼ਿਆਦਾ ਹੁੰਦੇ ਨੇ, ਕਲਰਫੁਲ ਪੰਖੜੀਆਂ ਕਿਸੇ 'ਚ ਘੱਟ ਹੁੰਦੀਆਂ ਨੇਗੀਆਂ, ਸਾਰੇ ਫਲਾਵਰਸ ਡਿਫਰੈਂਟ ਹੁੰਦੇ ਨੇਗੇ ਐਜ਼ ਨੰਬਰਸ ਦੇ ਵਿੱਚ। ਸਮਟਾਈਮਸ ਸਮ ਆਫ ਦੀਸ ਪਾਰਟਸ ਮੇ ਈਵਨ ਵੀ ਐਬਸੈਂਟ, ਕਈ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਇਹ ਪਾਰਟ ਹੁੰਦੇ ਨਹੀਂ ਗੇ ਵੀ ਕਈਆਂ 'ਚ ਕੋਈ ਆਹ ਪਾਰਟ ਜਿਹੜਾ ਪੜ੍ਹੇ ਸੀ ਉਹ ਪ੍ਰੈਜੈਂਟ ਹੀ ਨਹੀਂ ਹੁੰਦੀ। We have studied some features and functions of leaves, stems and roots, ਅਸੀਂ ਇਸ ਚੈਪਟਰ ਦੇ ਵਿੱਚ ਸਟੈਮ ਲੀਵ ਤੇ ਰੂਟਸ ਤੇ ਫੰਕਸ਼ਨਸ ਤੇ ਉਹਨਾਂ ਦੇ ਫੀਚਰਸ ਪੜ੍ਹੇ ਨੇਗੇ। We studied the structure of different flowers, ਅਸੀਂ ਫਲਾਵਰਸ ਦੀ ਸਟੱਡੀ ਵੀ ਕੀਤੀ ਹੈਗੀ। We will learn about the function of flowers in higher classes, ਅਸੀਂ ਜਿਹੜੇ ਫਲਾਵਰਸ ਦੇ ਕੀ ਕੰਮ ਹੁੰਦੇ ਨੇ ਅਸੀਂ ਹਾਇਰ ਕਲਾਸ ਦੇ ਵਿੱਚ ਸਟੱਡੀ ਕਰਾਂਗੇ ਅਗਲੀਆਂ ਕਲਾਸਿਸ ਦੇ ਵਿੱਚ। We also learn about fruits in ਹਾਇਰ ਕਲਾਸਿਸ, ਅਸੀਂ ਫਰੂਟਸ ਬਾਰੇ ਵੀ ਅਗਲੀਆਂ ਕਲਾਸਿਸ ਵਿੱਚ ਸਟੱਡੀ ਕਰਾਂਗੇ। ਅੱਜ ਇਸ ਜਿਹੜੀ ਚੈਪਟਰ ਸੀ ਇਹਦੇ 'ਚ ਅਸੀਂ ਸਟੈਮ ਰੂਟ ਤੇ ਲੀਫ ਤੇ ਫਲਾਵਰਸ ਬਾਰੇ ਪੜ੍ਹਨਾ ਸੀਗਾ ਤੇ ਇਹਦੀ ਫਲਾਵਰਸ ਦੇ ਫੰਕਸ਼ਨ ਅਸੀਂ ਨੈਕਸਟ ਵੀਡੀਓ ਤੇ ਫਰੂਟਸ ਦੇ ਬਾਰੇ ਆਪਾਂ ਨੈਕਸਟ ਜਿਹੜੇ ਕਲਾਸਿਸ ਆ ਉਹਦੇ 'ਚ ਸਟੱਡੀ ਕਰਨਾ ਗਾ। ਆਈ ਹੋਪ ਸਾਰਿਆਂ ਨੂੰ ਚੈਨਲ ਜਿਹੜੀ ਵੀਡੀਓ ਹੈਗੀ ਉਹ ਜ਼ਰੂਰ ਸਮਝ ਆਈ ਹੋਣੀ, ਚੈਪਟਰ ਸਮਝ ਆਇਆ ਹੋਣਾ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।